ਸ਼ਲੋਕ ਮਹਿਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਇੱਕ ਮਨ ਦਾ ਮਤਲਬ ਇੱਕ ਮਨ ਦੇ ਨਾਲ, ਇੱਕ ਚਿੱਤ ਦਾ ਮਤਲਬ ਇੱਕ ਚਿੱਤ ਦੇ ਨਾਲ, ਔਰ ਪਾਏ ਦਾ ਮਤਲਬ ਪ੍ਰੇਮ ਦੇ ਨਾਲ। ਇਸ ਦਾ ਭਾਵ ਹੈ ਕਿ ਹੇ ਮੇਰੇ ਮਨ, ਪਿਆਰ ਨਾਲ ਇਕਾਗਰ ਚਿੱਤ ਹੋ ਕੇ ਰੱਬੀ ਸਿਫਤ ਸਲਾਹ ਕਰ, ਰੱਬੀ ਗੁਣਾਂ ਨੂੰ, ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾ। ਧਿਆਏ ਦਾ ਮਤਲਬ ਧਿਆਨ ਵਿੱਚ, ਆਪਣੇ ਧਿਆਨ ਦੇ ਅੰਦਰ ਰੱਬੀ ਗੁਣਾਂ ਨੂੰ ਰੱਖ, ਰੱਬੀ ਯਾਦ ਨੂੰ ਵਸਾ, ਇੱਕ ਮਨ ਇਕਾਗਰ ਹੋ ਕੇ ਔਰ ਪਿਆਰ ਦੇ ਨਾਲ। ਮਤਲਬ ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਕੋਈ ਕੰਮ ਬੇਧਿਆਨਾ ਕਰੀ ਜਾ ਰਹੇ ਹਾਂ ਤੇ ਉਸ ਬੇਧਿਆਨੇ ਕੰਮ ਦਾ ਸਾਨੂੰ ਕੋਈ ਲਾਭ ਨਹੀਂ ਹੁੰਦਾ, ਸਾਡੀ ਉਹਦੇ ਨਾਲ ਪ੍ਰੀਤ ਨਹੀਂ ਹੁੰਦੀ। ਤੇ ਜਿਸ ਕੰਮ ਦੇ ਨਾਲ ਸਾਡਾ ਪਿਆਰ ਨਹੀਂ ਔਰ ਜਿਸ ਕੰਮ ਦੇ ਵਿੱਚ ਸਾਡਾ ਧਿਆਨ ਨਹੀਂ, ਇੱਕ ਤਾਂ ਉਹ ਕੰਮ ਖਰਾਬ ਵੀ ਹੋ ਸਕਦਾ ਹੈ ਤੇ ਦੂਜਾ ਉਹਦੇ ਵਿੱਚੋਂ ਸਾਨੂੰ ਖੁਸ਼ੀ ਨਹੀਂ ਮਿਲੇਗੀ ਜਿਹਦੇ ਨਾਲ ਸਾਡਾ ਪਿਆਰ ਨਾ ਹੋਵੇ ਕੰਮ ਦੇ ਨਾਲ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਦੇ ਨਾਲ ਦਿਲੀ ਪਿਆਰ ਪਾਣਾ ਔਰ ਧਿਆਨ ਦੇ ਨਾਲ ਚਿੱਤ ਦੇ ਅੰਦਰ ਵਸਾਣੇ ਨੇ ਔਰ ਲਗਨ ਲਗਾਣੀ ਹੈ ਰੱਬੀ ਗੁਣਾਂ ਦੇ ਨਾਲ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਦੇ ਦਾ ਮਤਲਬ ਦਿੰਦਾ ਹੈ, ਨਾ ਪਛੋਤਾਏ ਦਾ ਮਤਲਬ ਪਛਤਾਉਂਦਾ ਨਹੀਂ ਹੈ। ਹਰੀ ਵਿੱਚ ਇਹ ਸਦਾ ਲਈ ਗੁਣ ਨੇ, ਹਰੀ ਦੀਆਂ ਇਹ ਸਦਾ ਵਡਿਆਈਆਂ ਨੇ ਕਿ ਉਹ ਦਾਤ ਬਖਸ਼ਿਸ਼ ਕਰਦਾ ਹੈ, ਦਾਤਾਂ ਦਿੰਦਾ ਹੈ, ਲੇਕਿਨ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ, ਉਹਦੇ ਅੰਦਰ ਪਛਤਾਵਾ ਨਹੀਂ। ਜਿਵੇਂ ਹੁਣ ਇਹ ਸੰਸਾਰ ਹੈ ਤਾਂ ਇਹਦੇ ਅੰਦਰ ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡਾ ਸਾਰਾ ਪੂਰਾ ਯੂਨੀਵਰਸ, ਬ੍ਰਹਿਮੰਡ ਜਿੰਨੇ ਵੀ ਨੇ, ਉਹ ਸਭ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ। ਜਿਵੇਂ ਸਮਝਣ ਵਾਸਤੇ ਅਸੀਂ ਸਮਝੀਏ ਥੋੜਾ, ਧਰਤੀ ਦੇ ਅੰਦਰ ਰੁੱਖ ਦਰਖਤ ਉਗ ਰਹੇ ਨੇ, ਫਸਲ ਪੈਦਾ ਹੋ ਰਹੀ ਹੈ, ਫਸਲਾਂ ਨੂੰ ਫੁੱਲ ਔਰ ਫਲ ਲੱਗ ਰਹੇ ਨੇ, ਤਾਂ ਧਰਤੀ ਨੂੰ ਕੋਈ ਪਛਤਾਵਾ ਨਹੀਂ ਹੈ ਕਿ ਮੈਂ ਕਣਕ ਕਿਉਂ ਪੈਦਾ ਕਰ ਦਿੱਤੀ, ਝੋਨਾ ਕਿਉਂ ਪੈਦਾ ਕਰ ਦਿੱਤਾ, ਮੈਨੂੰ ਪੈਦਾ ਨਹੀਂ ਸੀ ਕਰਨਾ ਚਾਹੀਦਾ। ਰੁੱਖਾਂ ਦਰਖਤਾਂ ਨੂੰ ਫੁੱਲ ਔਰ ਫਲ ਲੱਗੇ ਨੇ ਤਾਂ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੈ। ਜੇ ਹਵਾ ਚੋਂ ਸਾਨੂੰ ਜੀਵਨ ਮਿਲ ਰਿਹਾ ਹੈ ਤਾਂ ਹਵਾ ਪਛਤਾ ਨਹੀਂ ਰਹੀ ਸਾਨੂੰ ਜੀਵਨ ਦੇ ਕੇ, ਯਾਨੀ ਦਾਤਾਂ ਦੇ ਰਿਹਾ ਹੈ ਔਰ ਉਹਨੂੰ ਕੋਈ ਪਛਤਾਵਾ ਨਹੀਂ ਹੈ। ਤਾਂ ਇਥੋਂ ਸਾਨੂੰ ਜੀਣ ਵਾਸਤੇ ਕੀ ਮਿਲਦਾ ਹੈ ਕਿ ਇਸ ਸੰਸਾਰ ਦੇ ਅੰਦਰ ਅਨੰਤ ਦਾਤਾਂ ਨੇ ਔਰ ਜਿੰਨੀਆਂ ਮਰਜ਼ੀ ਦਾਤਾਂ ਅਸੀਂ ਇਸ ਦੁਨੀਆ ਦੇ ਵਿੱਚੋਂ ਲੈ ਸਕਦੇ ਹਾਂ ਯਤਨ ਕਰਕੇ। ਤੇ ਦੂਜੀ ਗੱਲ ਇਹ ਹੈ ਕਿ ਅਸੀਂ ਵੀ ਐਸੇ ਕਰਮ ਕਰਨੇ ਨੇ ਜਿਹੜੇ ਕਰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਪਛਤਾਵਾ ਨਾ ਹੋਵੇ, ਪਹਿਲੀ ਗੱਲ। ਦੂਜੀ ਗੱਲ, ਜੇ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਲੋੜਵੰਦ ਦੀ, ਸਹੀ ਹੈਲਪ ਕਰਕੇ, ਤਾਂ ਸਾਨੂੰ ਖੁਸ਼ੀ ਦੇ ਨਾਲ ਹੈਲਪ ਕਰਨੀ ਚਾਹੀਦੀ ਹੈ। ਐਸਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਸਾਨੂੰ ਪਛਤਾਵਾ ਹੋਵੇ। ਤੇ ਤੀਜੀ ਗੱਲ ਹੈ ਕਿ ਜੇ ਅਸੀਂ ਚੰਗੇ ਕਰਮ ਕਰਦੇ ਹਾਂ, ਕਿਸੇ ਦੀ ਹੈਲਪ ਕਰਦੇ ਹਾਂ ਜਾਂ ਸੱਚਾਈ ਆਦਿਕ ਦੇ ਗੁਣਾਂ ਤੇ ਚੱਲਦੇ ਹਾਂ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਵਸਾਉਂਦੇ ਹਾਂ, ਤਾਂ ਸਾਡੀ ਜ਼ਿੰਦਗੀ ਵਿੱਚ ਪਛਤਾਵਾ ਪੈਦਾ ਨਹੀਂ ਹੋਏਗਾ, ਕਿਉਂਕਿ ਸਾਰੇ ਚੰਗੇ ਕੰਮ ਨੇ ਨਾ। ਇਹ ਸਾਰੇ ਕਰਮ ਕਰਨ ਦੇ ਨਾਲ ਸਾਡੇ ਜੀਵਨ ਵਿੱਚ ਪਛਤਾਵਾ ਨਹੀਂ ਰਹੇਗਾ। ਯਾਨੀ ਜਿਵੇਂ ਅਸੀਂ ਹੁਣ ਅੱਜ ਵਰਤਮਾਨ ਦੇ ਅੰਦਰ ਹੋ ਸਕਦਾ ਹੈ ਆਪਣੇ ਪਾਸਟ ਦੇ ਉੱਤੇ ਅਸੀਂ ਪਛਤਾਉਂਦੇ ਹੋਈਏ ਕਿ ਕਾਸ਼ ਉਦੋਂ ਇਹ ਕੰਮ ਕਰ ਲਿਆ ਹੁੰਦਾ, ਕਾਸ਼ ਉਦੋਂ ਇਹ ਕੰਮ ਨਾ ਕਰਦੇ। ਤਾਂ ਉਹ ਪਛਤਾਵਾ ਕਿਉਂ ਹੈ? ਕਿਉਂਕਿ ਕੁਝ ਅਸਾਂ ਗਲਤ ਕੀਤਾ ਹੁੰਦਾ ਹੈ ਜਾਂ ਜਿਹੜਾ ਚੰਗਾ ਕਰਨਾ ਸੀ ਉਹ ਅਸੀਂ ਨਹੀਂ ਕੀਤਾ ਹੁੰਦਾ। ਤਾਂ ਜਦੋਂ ਅਸੀਂ ਰੱਬੀ ਰਜ਼ਾ ਵਿੱਚ ਤੁਰਾਂਗੇ, ਰੱਬੀ ਗੁਣਾਂ ਨੂੰ ਇੱਕ ਮਨ ਇੱਕ ਚਿੱਤ ਭਾਏ ਦੇ ਨਾਲ ਆਪਣੇ ਅੰਦਰ ਵਸਾਵਾਂਗੇ, ਤਾਂ ਜਦੋਂ ਸਾਡਾ ਵਰਤਮਾਨ ਭੂਤਕਾਲ ਬਣ ਜਾਏਗਾ ਤਾਂ ਸਾਨੂੰ ਬੀਤੇ ਹੋਏ ਸਮੇਂ ਦੇ ਉੱਤੇ ਕਦੇ ਪਛਤਾਵਾ ਨਹੀਂ ਰਹੇਗਾ ਔਰ ਵਰਤਮਾਨ ਵੀ ਸਾਡਾ ਖੁਸ਼ੀ ਦੇ ਨਾਲ ਬੀਤੇਗਾ, ਆਉਣ ਵਾਲੇ ਸਮੇਂ ਦੀ ਚਿੰਤਾ ਨਹੀਂ ਰਹੇਗੀ। ਹੋਂ ਹਰਿ ਕੈ ਸਦ ਬਲਿਹਾਰਣੈ, ਜਿਤ ਸੇਵੈ ਸੁਖ ਪਾਏ। ਬਲਿਹਾਰਨੇ ਦਾ ਮਤਲਬ ਵਾਰਨੇ ਸਦਕੇ ਹਾਂ, ਸੇਵੈ ਦਾ ਮਤਲਬ ਸੇਵਨ ਨਾਲ, ਜਿਸ ਦੀ ਰਜ਼ਾ ਵਿੱਚ ਤੁਰਿਆ। ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਬਲਿਹਾਰਨੇ ਹਾਂ, ਵਾਰਨੇ ਹਾਂ, ਘੋਲ ਘੁਮਾਈ ਹਾਂ, ਜਿਹਦੀ ਸੇਵਾ ਕੀਤਿਆਂ ਹਮੇਸ਼ਾ ਸੁਖ ਮਿਲਦਾ ਹੈ। ਸੇਵਾ ਕੀਤਿਆਂ ਦਾ ਮਤਲਬ ਜਿਸ ਦੀ ਰਜ਼ਾ ਵਿੱਚ ਤੁਰਿਆ, ਭਾਣੇ ਵਿੱਚ ਤੁਰਿਆ, ਜਿਸ ਦੀ ਰਜ਼ਾ ਭਾਣੇ ਵਿੱਚ ਤੁਰਿਆ, ਜਿਹਦੇ ਗੁਣਾਂ ਦਾ ਗਾਇਨ ਕੀਤਿਆਂ, ਗੁਣਾਂ ਦੇ ਧਾਰਨੀ ਹੋਇਆਂ ਹਮੇਸ਼ਾ ਹੀ ਸੁਖ ਮਿਲਦਾ ਹੈ।
मैं ਉਹਦੇ ਤੋਂ ਵਾਰ ਨੇ ਸਦਕੇ ਔਰ ਕੁਰਬਾਨ ਹਾਂ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਲਈ ਕੀ ਮਿਲ ਰਿਹਾ ਹੈ ਕਿ ਜੇ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ, ਸੁਖੀ ਰਹਿਣਾ ਚਾਹੁੰਦੇ ਹਾਂ, ਆਨੰਦਮਈ ਜੀਵਨ ਜੀਣਾ ਚਾਹੁੰਦੇ ਹਾਂ, ਤਾਂ ਸਾਨੂੰ ਰੱਬ ਤੋਂ ਵਾਰ ਨੇ ਸਦਕੇ ਜਾਣਾ ਚਾਹੀਦਾ ਹੈ, ਰੱਬ ਦੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ। ਗੁਰਮੁਖ ਦਾ ਮਤਲਬ ਗੁਰੂ ਦੇ ਦੁਆਰਾ, ਸ਼ਬਦ ਦਾ ਮਤਲਬ ਸ਼ਬਦ ਦੇ ਜ਼ਰੀਏ, ਗੁਰੂ ਦੇ ਗਿਆਨ ਸਦਕਾ, ਹਉਮੈ ਦਾ ਮਤਲਬ ਆਪਣੀ ਈਗੋ, ਜਲਾਏ ਦਾ ਮਤਲਬ ਸਾੜ ਦੇਵੇ। ਜੋ ਗੁਰਮੁਖ ਜਨ ਨੇ ਅਹੰਕਾਰ ਨੂੰ ਸਤਿਗੁਰ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਦੇ ਵਿੱਚ ਹੀ ਮਿਲੇ ਰਹਿੰਦੇ ਨੇ, ਰੱਬ ਵਰਗੇ ਹੀ ਬਣੇ ਰਹਿੰਦੇ ਨੇ। ਆਪਣੀ ਹਉਮੈ ਨੂੰ ਗੁਰੂ ਦੇ ਸ਼ਬਦ ਰਾਹੀਂ ਸਾੜ ਕੇ ਰੱਬ ਦੇ ਅੰਦਰ ਹੀ ਹਮੇਸ਼ਾ ਮਿਲੇ ਰਹਿੰਦੇ ਨੇ। ਦੇਖੋ, ਉਸ ਰੱਬ ਦੇ ਨਾਲੋਂ ਸਾਡਾ ਵਖੇਵਾ ਕਾਹਦਾ ਹੈ? ਸਿਰਫ ਸੋਚ ਦਾ ਕਿ ਮੈਂ ਰੱਬ ਨਾਲੋਂ ਵੱਖਰਾ ਹਾਂ। ਸਭ ਤੋਂ ਪਹਿਲਾ ਭੁਲੇਖਾ ਤੇ ਬੰਦੇ ਨੂੰ ਇਹ ਹੈ ਕਿ ਮੈਂ ਰੱਬ ਤੋਂ ਵੱਖਰਾ ਹਾਂ। ਆਪਣੀ ਵੱਖਰੀ ਹੋਂਦ ਮੰਨਣੀ ਹੀ ਸਭ ਤੋਂ ਵੱਡਾ ਭੁਲੇਖਾ ਔਰ ਈਗੋ ਹੈ। ਈਗੋ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਤੇ ਦੂਜੀ ਗੱਲ ਹੈ ਕਿ ਰੱਬੀ ਗੁਣਾਂ ਦੇ ਧਾਰਨੀ ਨਾ ਹੋਣਾ, ਰੱਬੀ ਰਜ਼ਾ ਦੇ ਵਿੱਚ ਨਾ ਰਹਿਣਾ, ਇਹੀ ਵਖੇਵੇਂ ਦਾ ਕਾਰਨ ਹੈ। ਤੇ ਰੱਬ ਦੇ ਵਿੱਚ ਮਿਲਣ ਦਾ ਮਤਲਬ ਕੀ ਹੈ ਕਿ ਆਪਣੀ ਸੋਚ ਨੂੰ ਛੱਡ ਕੇ ਰੱਬੀ ਸੋਚ ਦੇ ਅੰਦਰ ਆਪਣੀ ਸੋਚ ਨੂੰ ਮਿਲਾ ਦੇਣਾ, ਔਗਣਾਂ ਨੂੰ ਛੱਡ ਕੇ ਗੁਣਾਂ ਦੇ ਵਿੱਚ ਲੀਨ ਹੋ ਜਾਣਾ, ਤਾਂ ਬੰਦਾ ਰੱਬ ਵਰਗਾ ਹੀ ਹੋ ਜਾਏਗਾ ਸੁਭਾਅ ਕਰਕੇ। ਅਸੀਂ ਸੁਭਾਅ ਕਰਕੇ ਹੀ ਰੱਬ ਤੋਂ ਵੱਖਰੇ ਹਾਂ ਨਾ। ਰੱਬ ਦੇ ਅੰਦਰ ਕੇਵਲ ਗੁਣ ਨੇ ਜੋ ਮੂਲ ਮੰਤਰ ਦੇ ਅੰਦਰ ਦੱਸੇ ਗਏ ਨੇ, ਨਿਰਭੈਤਾ, ਨਿਰਵੈਰਤਾ, ਸੱਚਾਈ ਅਤੇ ਹੋਰ ਅਨੰਤ ਗੁਣ ਨੇ। ਉਹਨਾਂ ਗੁਣਾਂ ਦੇ ਵਿੱਚ ਆਪਣੀ ਸੋਚ ਨੂੰ ਮਿਲਾ ਦੇਣਾ ਹੀ ਰੱਬ ਦੇ ਵਿੱਚ ਮਿਲ ਜਾਣਾ ਹੈ। ਤੇ ਅਸੀਂ ਗੁਣਾਂ ਤੋਂ ਦੂਰ ਕਿਉਂ ਜਾਂਦੇ ਹਾਂ, ਰੱਬੀ ਰਜ਼ਾ ਤੋਂ ਲਾਂਭੇ ਕਿਉਂ ਹੁੰਦੇ ਆ? ਸਿਰਫ ਆਪਣੀ ਈਗੋ ਕਰਕੇ ਕਿ ਮੈਂ ਸ਼ਾਇਦ ਰੱਬੀ ਰਜ਼ਾ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ, ਭੁਲੇਖੇ ਕਰਕੇ ਕਿ ਸ਼ਾਇਦ ਇਹ ਔਗਣ ਕਮਾਨ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਆ ਸਕਦੀ ਹੈ। ਪਰ ਜੋ ਗੁਰਮੁਖ ਜਨ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਲੈਂਦੇ ਨੇ, ਉਹ ਆਪਣੀ ਈਗੋ ਨੂੰ, ਆਪਣੇ ਵਖੇਵੇਂ ਨੂੰ, ਮੇਰ ਤੇਰ ਨੂੰ ਜਲਾ ਦਿੰਦੇ ਨੇ, ਸਾੜ ਦਿੰਦੇ ਨੇ ਔਰ ਹਮੇਸ਼ਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗੇ ਹੋਏ ਰਹਿੰਦੇ ਨੇ। ਮਹਿਲਾ ਤੀਜਾ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਜੋ ਗੁਰਮੁਖ ਜਨ ਨੇ, ਜਿਨ੍ਹਾਂ ਨੇ ਆਪਣੀ ਈਗੋ ਨੂੰ ਮਿਟਾ ਦਿੱਤਾ, ਉਹਨਾਂ ਨੂੰ ਸਮਝ ਆ ਜਾਂਦੀ ਕਿ ਚਾਰ ਚੁਫੇਰੇ ਪ੍ਰਭੂ ਆਪ ਹੀ ਪਸਰਿਆ ਹੋਇਆ ਹੈ। ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਉਹਦੇ ਤੋਂ ਵੱਖਰਾ ਕੁਝ ਵੀ ਨਹੀਂ ਹੈ। ਤਾਂ ਉਹਨੂੰ ਸਮਝ ਆ ਜਾਂਦੀ ਹੈ ਕਿ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਹੋਇਆ ਹੈ ਔਰ ਆਪ ਹੀ ਉਹ ਬਖਸ਼ਿਸ਼ ਕਰਦਾ ਹੈ। ਇਹ ਚੀਜ਼ ਥੋੜਾ ਸਮਝ ਲੈਣਾ। ਜੋ ਸੇਵਾ ਵਿੱਚ ਲੱਗਦੇ ਨੇ ਉਹ ਰੱਬੀ ਹੁਕਮ ਦੇ ਵਿੱਚ ਹੀ ਲੱਗਦੇ ਨੇ। ਸਿਸਟਮ ਸ਼ਬਦ ਅਸੀਂ ਕਹਿ ਕੇ ਰੋਜ਼ ਸਮਝਣ ਦਾ ਯਤਨ ਕਰ ਰਹੇ ਹਾਂ। ਇੱਕ ਹੁਕਮ ਹੀ ਹੈ, ਇੱਕ ਸਿਸਟਮ ਹੀ ਹੈ ਜਿਹਦੇ ਅੰਦਰ ਬੰਦਾ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ, ਤੇ ਦੂਜਾ ਸਿਸਟਮ ਹੀ ਹੈ ਜੋ ਮਾੜੇ ਸਿਸਟਮ ਨੂੰ ਅਪਣਾ ਲੈਂਦਾ ਹੈ ਤੇ ਉਹ ਮਾੜੇ ਔਗਣਾਂ ਵਾਲਾ ਬੰਦਾ ਬਣ ਜਾਂਦਾ ਹੈ। ਤਾਂ ਪ੍ਰਭੂ ਆਪ ਹੀ ਸੇਵਾ ਵਿੱਚ ਲਾਉਂਦਾ ਹੈ ਔਰ ਆਪ ਹੀ ਬਖਸ਼ਿਸ਼ ਕਰਦਾ ਹੈ। ਯਾਨੀ ਰੱਬੀ ਹੁਕਮ ਦੇ ਵਿੱਚ ਹੀ ਜੋ ਸਮਝਣ ਵਾਲੇ ਨੇ ਹੁਕਮ ਨੂੰ ਸੇਵਾ ਵਿੱਚ ਲੱਗ ਕੇ ਰੱਬੀ ਬਖਸ਼ਿਸ਼ ਤੇ ਪਾਤਰ ਬਣ ਜਾਂਦਾ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਆਪ ਹੀ ਸਾਰਿਆਂ ਦਾ ਮਾਂ ਪਿਓ ਹੈ ਔਰ ਆਪ ਹੀ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਜਿਵੇਂ ਇੱਕ ਮਾਂ-ਬਾਪ ਦੇ 2, 3 ਜਾਂ 4 ਬੱਚੇ ਹੋਣ ਤਾਂ ਮਾਂ-ਬਾਪ ਹਰ ਬੱਚੇ ਦੇ ਨਾਲ ਪਿਆਰ ਕਰਦਾ ਹੈ, ਹਰ ਬੱਚੇ ਦੀ ਸੰਭਾਲ ਕਰਦਾ ਹੈ, ਹਰ ਬੱਚੇ ਨੂੰ ਬਰਾਬਰ ਖਾਣ ਪੀਣ ਦਿੰਦਾ ਹੈ, ਬਰਾਬਰ ਦੇ ਕੱਪੜੇ ਦਿੰਦਾ ਹੈ, ਵਿਦਿਆ ਦੇਣ ਦਾ ਯਤਨ ਕਰਦਾ ਹੈ, ਸਾਰਿਆਂ ਦੇ ਨਾਲ ਬਰਾਬਰ ਦਾ ਪਿਆਰ ਕਰਦਾ ਹੈ, ਦੁੱਖ ਸੁੱਖ ਨੂੰ ਮਹਿਸੂਸ ਕਰਦਾ ਹੈ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਮਾਂ-ਬਾਪ ਆਪਣੇ ਸਾਰਿਆਂ ਬੱਚਿਆਂ ਦੀ ਪਾਲਣਾ ਕਰਦੇ ਨੇ। ਇਸੇ ਤਰ੍ਹਾਂ ਇਹ ਪੂਰਾ ਜਗਤ ਜੋ ਹੈ, ਜਿੰਨੇ ਵੀ ਮਨੁੱਖ ਮਾਤਰ ਜੀਵ ਜੰਤ ਨੇ, ਰੱਬ ਮਾਨੋ ਸਾਰਿਆਂ ਦਾ ਹੀ ਮਾਂ ਪਿਓ ਹੈ ਔਰ ਸਾਰਿਆਂ ਦੀ ਸਾਰ ਕਰਦਾ ਹੈ। ਸਾਰਿਆਂ ਦੀ ਸਾਰ ਦੇਖੋ, ਸਾਰਿਆਂ ਨੂੰ ਹੀ ਸਾਹ ਲੈਣ ਵਾਸਤੇ ਹਵਾ ਮਿਲ ਰਹੀ ਹੈ ਨਾ, ਧਰਤੀ ਰਹਿਣ ਵਾਸਤੇ ਸਾਰਿਆਂ ਲਈ ਹੈ, ਚੰਦਰਮਾ ਸਭ ਨੂੰ ਚਾਨਣ ਦਿੰਦਾ ਹੈ, ਸੂਰਜ ਸਭ ਨੂੰ ਚਾਨਣ ਦਿੰਦਾ ਹੈ। ਇਹ ਸਾਰੀਆਂ ਚੀਜ਼ਾਂ ਸਾਂਝੀਆਂ ਨੇ ਔਰ ਬਰਾਬਰ ਨੇ। ਰੱਬ ਵੱਲੋਂ, ਕੁਦਰਤ ਵੱਲੋਂ ਕਿਸੇ ਦੇ ਨਾਲ ਕੋਈ ਵਖੇਵਾ ਨਹੀਂ ਹੈ। ਸਾਹੁਰੜੀ ਵਤ ਸਭ ਕਿਛ ਸਾਂਝੀ, ਪੇਵ ਕੜੈ ਤਨ ਵਖੈ, ਆਪ ਕੁਚੱਜੀ
ਦੋਸ਼ ਨਾ ਦੇਉ, ਜਾਣੋ ਨਾ ਹੀ ਰੱਖੇ। ਕਿ ਸਹੁਰੇ ਘਰ ਦੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਨੇ, ਯਾਨੀ ਰੱਬ ਵੱਲੋਂ, ਕੁਦਰਤ ਵੱਲੋਂ ਵੀ ਸਾਰੀਆਂ ਸਾਂਝੀਆਂ ਚੀਜ਼ਾਂ ਨੇ, ਕਿਸੇ ਇੱਕ ਵਾਸਤੇ ਨਹੀਂ ਹਨ। ਲੇਕਿਨ ਇਸ ਜਗਤ ਵਿੱਚ ਰਹਿੰਦਿਆਂ ਵਖੇਵੇਂ ਮਨੁੱਖ ਨੇ ਆਪ ਪੈਦਾ ਕਰ ਲੈਣੇ। ਕੁਦਰਤ ਵੱਲੋਂ ਧਰਤੀ ਪੈਦਾ ਕੀਤੀ ਗਈ ਹੈ, ਦੇਸ਼ਾਂ ਦੀਆਂ ਸੀਮਾਵਾਂ ਅਸੀਂ ਆਪ ਬਣਾਈਆਂ ਨੇ, ਕਿ ਇਹ ਪਾਕਿਸਤਾਨ ਹੈ, ਇੰਡੀਆ ਹੈ, ਜਾਂ ਰਸ਼ੀਆ, ਚਾਈਨਾ, ਅਮਰੀਕਾ, ਕੈਨੇਡਾ ਹੈ, ਇਹ ਸੀਮਾਵਾਂ ਵਖੇਵੇਂ ਅਸੀਂ ਆਪ ਬਣਾਏ ਨੇ। ਰੱਬ ਨੇ ਸਿਰਫ ਬੰਦਾ ਪੈਦਾ ਕੀਤਾ ਹੈ, ਕੁਦਰਤ ਨੇ ਜਾਤਾਂ ਅਸੀਂ ਆਪ ਬਣਾਈਆਂ ਨੇ, ਵਖੇਵੇਂ ਸਾਡੇ ਆਪਣੇ ਨੇ, ਵੰਡੀਆਂ ਸਾਡੀਆਂ ਆਪਣੀਆਂ ਨੇ। ਕੁਦਰਤ ਤਾਂ ਸਾਰਿਆਂ ਨੂੰ ਬਰਾਬਰ ਹਰ ਸ਼ੈ ਦੇ ਰਹੀ ਹੈ, ਬਰਾਬਰ ਸਭ ਨੂੰ ਦਿਮਾਗ ਦਿੱਤਾ ਹੈ, 24 ਘੰਟੇ ਹੀ ਟਾਈਮ ਸਭ ਨੂੰ ਮਿਲਦਾ ਹੈ, ਇੱਕੋ ਸਿਸਟਮ ਰਾਹੀਂ ਸਾਰੇ ਪੈਦਾ ਹੋ ਰਹੇ ਨੇ, ਇੱਕੋ ਸਿਸਟਮ ਰਾਹੀਂ ਪਲ ਰਹੇ ਨੇ, ਇੱਕੋ ਸਿਸਟਮ ਵਿੱਚ ਨਿਕਾਸ, ਵਿਕਾਸ ਔਰ ਵਿਨਾਸ਼ ਹੋ ਰਿਹਾ ਹੈ। ਕਿਤੇ ਵੀ ਤੇ ਵਖੇਵਾ ਕੁਦਰਤ ਵੱਲੋਂ ਤਾਂ ਕੋਈ ਵਖੇਵਾ ਨਹੀਂ ਹੈ। ਇਸ ਲਈ ਸਾਰਿਆਂ ਦਾ ਮਾਂ ਪਿਓ ਆਪ ਹੈ ਤੇ ਉਹ ਸਾਰਿਆਂ ਦੀ ਸਾਰ ਕਰਦਾ ਹੈ। ਹੁਣ ਇਹ ਤਾਂ ਹੋਗੀ ਰੱਬ ਦੀ ਗੱਲ, ਕੁਦਰਤ ਦੀ ਗੱਲ। ਸਾਨੂੰ ਇਥੋਂ ਸਿੱਖਣ ਵਾਸਤੇ ਕੀ ਮਿਲਦਾ ਕਿ ਜਦੋਂ ਸਾਰਿਆਂ ਦਾ ਮਾਂ ਪਿਓ ਆਪ ਹੈ, ਸਭ ਦੀ ਬਰਾਬਰ ਸਾਰ ਕਰਦਾ ਹੈ, ਤੇ ਫਿਰ ਅਸੀਂ ਭੈਣ ਭਰਾ ਹੋਏ ਨਾ ਸਾਰੇ, ਤਾਂ ਇਨਸਾਨਾਂ ਨੂੰ ਭੈਣਾਂ ਔਰ ਭਰਾਵਾਂ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਸੱਕੇ ਭੈਣ ਭਰਾ ਆਪਸ ਦੇ ਵਿੱਚ ਮਿਲ ਕੇ ਰਹਿੰਦੇ ਨੇ। ਏਕ ਪਿਤਾ ਏਕਸ ਕੇ ਹਮ ਬਾਰਿਕ, ਇੱਕੋ ਹੀ ਪਿਤਾ ਹੈ, ਇੱਕ ਦੇ ਅਸੀਂ ਬੱਚੇ ਹਾਂ। ਜੇ ਇਹ ਭਾਵਨਾ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ ਸਾਰਿਆਂ ਦੇ ਅੰਦਰ ਆ ਜਾਏ ਔਰ ਹਰ ਇਨਸਾਨ ਭੈਣਾਂ ਭਰਾਵਾਂ ਦੀ ਤਰ੍ਹਾਂ ਜ਼ਿੰਦਗੀ ਜੀਵੇ, ਤਾਂ ਇਹ ਜੀਵਨ ਕਿੰਨਾ ਸੌਖਾ ਸੁਖਾਲਾ ਹੋ ਸਕਦਾ ਹੈ। ਪਰ ਮੁਸੀਬਤ ਇੱਥੇ ਤੇ ਇਹ ਹੈ ਕਿ ਭੈਣ ਭਰਾ ਵੀ ਸੱਕੇ ਪਿਆਰ ਦੇ ਨਾਲ ਨਹੀਂ ਰਹਿ। ਜ਼ਰੂਰਤ ਹੈ ਇੱਥੇ ਸਾਨੂੰ ਸਿੱਖਿਆ ਲੈਣ ਦੀ। ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸ਼ੋਭਾ ਹੋਏ। ਨਾਮ ਦਾ ਮਤਲਬ ਹੁਕਮ, ਧਿਆਨ ਦਾ ਮਤਲਬ ਜੋ ਧਿਆਉਂਦੇ ਨੇ, ਧਿਆਨ ਵਿੱਚ ਰੱਖਦੇ ਨੇ। ਤਿੰਨ ਦਾ ਮਤਲਬ ਉਹਨਾਂ ਦਾ, ਨਿਜ ਘਰ ਦਾ ਮਤਲਬ ਆਪਣੇ ਟਿਕਾਣੇ ਤੇ, ਵਾਸ ਹੋਏ ਦਾ ਮਤਲਬ ਵਾਸਾ ਹੁੰਦਾ ਹੈ, ਟਿਕੇ ਰਹਿੰਦੇ ਨੇ। ਜੁਗ ਜੁਗ ਦਾ ਮਤਲਬ ਹਰ ਸਮੇਂ, ਸ਼ੋਭਾ ਹੋਈ ਦਾ ਮਤਲਬ ਉਹਨਾਂ ਦੀ ਸ਼ੋਭਾ ਹੁੰਦੀ ਹੈ। ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸ਼ੋਭਾ ਹੋਏ। ਜੋ ਮਨੁੱਖ ਰੱਬੀ ਹੁਕਮ ਵਿੱਚ ਤੁਰਦੇ ਨੇ, ਨਾਮ ਨੂੰ ਯਾਨੀ ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਦੇ, ਯਾਰ ਪ੍ਰਭੂ ਦੀ ਜੋ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਜੋ ਧਾਰਨੀ ਹੁੰਦੇ ਨੇ, ਤਿਨ ਨਿਜ ਘਰ ਵਾਸ ਹੈ, ਉਹ ਆਪਣੇ ਟਿਕਾਣੇ ਤੇ ਟਿਕੇ ਰਹਿੰਦੇ ਨੇ, ਉਹ ਸੱਚ ਦੇ ਅੰਦਰ ਟਿਕੇ ਰਹਿੰਦੇ ਨੇ। ਉਹਨਾਂ ਦਾ ਗੋਲ ਉੱਚਾ ਔਰ ਵਿਸ਼ਾਲ ਹੁੰਦਾ ਹੈ, ਉਹਨਾਂ ਦਾ ਮਨ ਵਿਕਾਰਾਂ ਵਿੱਚ ਭਟਕਦਾ ਨਹੀਂ ਹੈ। ਜੁਗ ਜੁਗ ਸ਼ੋਭਾ ਹੋਏ, ਤੇ ਐਸੇ ਜੋ ਇਨਸਾਨ ਨੇ, ਉਹਨਾਂ ਦੀ ਹਰ ਸਮੇਂ ਦੇ ਅੰਦਰ ਸ਼ੋਭਾ ਹੁੰਦੀ ਹੈ। ਜੁਗ ਜੁਗ ਦਾ ਮਤਲਬ ਹਰ ਸਮੇਂ, ਬੀਤ ਗਏ ਸਮੇਂ ਵਿੱਚ ਵੀ ਉਹਨਾਂ ਦੀ ਸ਼ੋਭਾ ਸੀ, ਹੁਣ ਵੀ ਜੋ ਐਸੇ ਇਨਸਾਨ ਨੇ ਉਹਨਾਂ ਦੀ ਸ਼ੋਭਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਜੋ ਐਸੇ ਇਨਸਾਨ ਨੇ, ਉਹਨਾਂ ਦੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਸ਼ੋਭਾ ਹੋਵੇਗੀ। ਤਾਂ ਇਸ ਲਈ ਹੈ ਨਾਨਕ, ਜੋ ਇਨਸਾਨ, ਜੋ ਮਨੁੱਖ ਰੱਬ ਦੀ ਸਿਫਤ ਸਲਾਹ ਕਰਦੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ, ਰੱਬੀ ਰਜ਼ਾ ਨੂੰ ਆਪਣੇ ਧਿਆਨ ਵਿੱਚ ਵਸਾਉਂਦੇ ਨੇ, ਉਹ ਆਪਣੇ ਟਿਕਾਣੇ ਤੇ ਟਿਕੇ ਰਹਿੰਦੇ ਨੇ, ਨਿਜ ਸਰੂਪ ਵਿੱਚ ਟਿਕੇ ਰਹਿੰਦੇ ਨੇ, ਉਹਨਾਂ ਦਾ ਮਨ ਭਟਕਦਾ ਨਹੀਂ। ਐਸੇ ਇਨਸਾਨਾਂ ਨੂੰ ਹਰ ਸਮੇਂ ਸ਼ੋਭਾ ਮਿਲਦੀ ਹੈ। ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਜੋ ਹੈ ਸ਼ਬਦ ਲਿਖਿਆ ਨਾ, ਹਾਹਾ ਤੇ ਦੂਜੇ ਹਾਹੇ ਨਾਲ ਸਿਹਾਰੀ, ਜਦੋਂ ਵੀ ਹੈ ਲਿਖਿਆ ਹੋਵੇ ਤਾਂ ਇਹਨੂੰ ਹੈ ਨਹੀਂ ਪੜਨਾ, ਇਹਨੂੰ ਹੈ ਬੋਲਣਾ ਹੈ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਕਰਤੇ ਦਾ ਮਤਲਬ ਕਰਤਾਰ, ਰਚਨਹਾਰ ਪ੍ਰਭੂ, ਕਿ ਹੇ ਰਚਨਹਾਰ, ਤੂੰ ਸਾਰੀ ਰਚਨਾ ਨੂੰ ਰਚਣ ਜੋਗਾ ਹੈ, ਭਾਵ ਸਰਬ ਸ਼ਕਤੀਮਾਨ ਹੈ। ਮੈਂ ਤੁਝ ਬਿਨ ਅਵਰ ਨਾ ਕੋਈ, ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਹੈ, ਮੈਨੂੰ ਤੇਰੇ ਤੋਂ ਬਿਨਾ ਇਸ ਦੁਨੀਆ ਵਿੱਚ ਕੋਈ ਨਹੀਂ ਦਿਸਦਾ। ਤੂੰ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਤੂੰ ਹੀ ਕਰਨ ਕਾਰਨ ਸਮਰੱਥ ਹੈ, ਤੂੰ ਹੀ ਸਾਰਿਆਂ ਥਾਂਾਂ ਤੇ ਸਮਾਇਆ ਹੋਇਆ ਹੈ, ਤੂੰ ਹੀ ਮੇਰੇ ਜੀਵਨ ਦਾ ਆਧਾਰ ਹੈ। ਯਾਨੀ ਤੇਰੇ ਤੋਂ ਬਿਨਾ ਮੈਨੂੰ ਇਸ ਦੁਨੀਆ ਵਿੱਚ ਹੋਰ ਕੋਈ ਸਹਾਰਾ ਨਜ਼ਰ ਹੀ ਨਹੀਂ ਪੈਂਦਾ, ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਇਸ ਦੁਨੀਆ ਦੇ ਅੰਦਰ ਦਿਸਦਾ ਨਹੀਂ ਹੈ। ਤਾਂ ਇੱਥੋਂ ਜ਼ਿੰਦਗੀ ਜੀਣ ਲਈ ਸਾਨੂੰ ਦੋ ਚੀਜ਼ਾਂ ਮਿਲ ਰਹੀਆਂ ਨੇ। ਇੱਕ ਤਾਂ ਕਾਇਨਾਤ ਦੇ ਅੰਦਰ ਕਰਤੇ ਨੂੰ ਦੇਖਣਾ ਹੈ ਕਿ ਕਰਤਾ ਹੀ ਚਾਰ ਚੁਫੇਰੇ ਫੈਲਿਆ ਹੋਇਆ ਹੈ, ਹਰ ਇਨਸਾਨ ਉਸ ਰੱਬ ਦਾ ਹੀ ਰੂਪ ਹੈ, ਉਹਦੇ ਤੋਂ ਵਖੇਵਾ ਨਹੀਂ ਹੈ।
और रब्बी गुणां नूं अपने जीवन का आधार और बेस बनाना है। तुद आपे सिष्ट सिरजिया आपे फुन गोई। गोई का मतलब नाश कीती, सिष्ट का मतलब सृष्टि दुनिया, सिरजिया का मतलब रची है। तू आप ही सृष्टि नूं पैदा करदा है ते आप ही फिर इस सृष्टि नूं नाश करदा है। यानी जीवन और मौत ये दोवें तेरे हुक्म विच ने, तेरी रजा विच ने। रचना और विनाश करना ये इस सिस्टम दे अंदर लगातार चली जा रहा है और हुई जा रहा है। ਇਹਦੇ तो कोई बचना चाहे तो बच नहीं पाएगा। यानी जन्म और मौत रब्बी रजा दे विच है। जो जम्या है वो एक ना एक दिन जरूर मरेगा और ये सारा कुछ तेरे हुक्म दे अंदर है। सब इको शब्द वरतदा जो करे सो हुई। इते शब्द का मीनिंग है हुक्म। वर्त का मतलब वर्त रहा है। सब थाई एक हुक्म ही वर्त रहा है। वो जो कुछ करता है वो ही हुंदा है। जगत के अंदर एक हुक्म वर्त रहा है ते जो हुक्म करता है सिस्टम के अंदर वो ही कुछ इस जगत के अंदर वापरता है। उस हुक्म तो उलट कोई कुछ भी कर नहीं सकता। सारी दुनिया एक नियमावली दे विच है। उस नियमावली के अनुसार ही इस संसार की कार हो रही है। निकास, विकास और विनाश आदि, यानी उत्पत्ति, लैता, पालना और संचालन, ये सारा कुछ रब्बी हुक्म के अंदर, लॉ ऑफ नेचर के अंदर हो रहा है। जो रब का हुक्म है, रजा है, पाना है, सिस्टम है, लॉ ऑफ नेचर है, ਉਹਦੇ ਵਿੱਚ ही सारा कुछ होएगा। उस तो बाहर नहीं कुछ हो सकता। रब्बी हुक्म तो बाहर कुछ कीता नहीं जा सकता। हाँ, रब्बी हुक्म ਦੇ ਅੰਦਰ ਤੁਸੀਂ ਜੋ ਚਾਹੋ ਕਰ ਸਕਦੇ ਹੋ। ਸਿਸਟਮ ਨੂੰ ਸਮਝ ਕੇ बहुत कुछ किया जा सकता है, बहुत कुछ किया है, बहुत कुछ होवेगा और हुंदा रहेगा, क्योंकि रब्बी हुक्म अनंत है। इथे अनेकां खोजां होईयां ने, अनेकां खोजां हो रहीआं ने और अनेकां खोजां अगे हुंदियां रहणगीआं। उन्हां दा कोई अंत नहीं होएगा। लेकिन ये सारा कुछ सिस्टम है। सिस्टम तो बाहर, हुक्म तो बाहर कुछ भी नहीं है। वडियाई गुरमुख दे प्रभ हर पावै सोई। गुरमुख का मतलब गुरु के जरिए, जो गुरु के सन्मुख हुंदा है। जो मनुख गुरु के सन्मुख हुंदा है, यानी ज्ञान गुरु की अगवाई विच जिंदगी जींदा है, प्रभु उसनूं वडियाई बख्शदा है। हर पावै सोई ते ओही रब नूं पा सकदा है। वो रब नूं पा लैंदा है। वो रब विच मिल के रब वर्गा हो जांदा है। कौन? जो गुरमुख है, जो गुरु के दस्से राहां ते चलदा है, ਉਹਨੂੰ ਵਡਿਆਈਆਂ ਮਿਲਦੀਆਂ ਨੇ, ਉਹਨੂੰ ਮਹਾਨਤਾ ਮਿਲਦੀ ਹੈ, ਉਹਨੂੰ ਆਦਰ ਮਿਲਦਾ ਹੈ, ਉਹਨੂੰ ਸਤਿਕਾਰ ਮਿਲਦਾ ਹੈ। ਉਹ ਰੱਬ ਨੂੰ ਪਾ ਲੈਂਦਾ ਹੈ, ਉਹ ਰੱਬ ਵਰਗਾ ਹੋ ਜਾਂਦਾ ਹੈ। ਤਾਂ ਫਿਰ ਰੱਬ ਨੂੰ ਪਾਉਣ ਦਾ ਸਾਧਨ ਕੀ ਹੋਇਆ? ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਣਾ, ਗੁਰੂ ਦੀ ਰਜ਼ਾ ਦੇ ਅੰਦਰ ਤੁਰਨਾ। ਵਡਿਆਈ, ਮਾਣ, ਆਦਰ ਕਿਵੇਂ ਮਿਲੇਗਾ? ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਣ ਦੇ ਨਾਲ। ਤਾਂ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਵਡਿਆਈ ਬਖਸ਼ਦਾ ਹੈ, ਉਸ ਪ੍ਰਭੂ ਨੂੰ ਪਾ ਲੈਣ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸਭ ਦਾ ਮਤਲਬ ਸਾਰੇ। ਆਰਾਧਿਆ ਦਾ ਮਤਲਬ ਆਰਾਧਿਆ ਹੈ, ਸਿਫਤ ਸਲਾਹ ਕੀਤੀ ਹੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਜੋ ਗੁਰੂ ਦੇ ਸ਼ਰਨੀ ਪੈਂਦੇ ਨੇ। ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਆਰਾਧਦੇ ਨੇ, ਯਾਨੀ ਉਹਨੂੰ ਆਪਣੇ ਯਾਦ ਵਿੱਚ ਵਸਾਉਂਦੇ ਨੇ। ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਯਾਨੀ ਗੁਰੂ ਦੇ ਜ਼ਰੀਏ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਸ਼ੁਭ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ। ਸ਼ੁਭ ਗੁਣਾਂ ਦੇ ਨਾਲ ਜੁੜਿਆ ਜਾ ਸਕਦਾ ਹੈ। ਚੰਗੇ ਸੱਚੇ ਸੁੱਚੇ ਰਾਹਾਂ ਤੇ ਤੁਰਿਆ ਜਾ ਸਕਦਾ ਹੈ। ਮਾੜੇ ਔਗਣਾਂ ਤੋਂ, ਮਾੜੇ ਰਾਹਾਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਗੁਰੂ ਦੇ ਸਨਮੁਖ ਮਨੁੱਖ ਹੀ ਹਰੀ ਨੂੰ ਔਰ ਹਰੀ ਦੇ ਗੁਣਾਂ ਨੂੰ, ਹਰੀ ਦੇ ਹੁਕਮ ਨੂੰ ਯਾਦ ਰੱਖਦੇ ਨੇ, ਉਹਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਸਭ ਆਖੋ ਧੰਨ 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 ਗੁਰ ਸੋਈ। ਸਾਰੇ ਆਖੋ ਕਿ ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਧੰਨ ਹੈ। यानी मन, बचन और कर्म करके गुरु की सिफत सलाह करो और गुरु के दसे हुए राहां दे उत्ते तरो। ये महानता जिहड़ी है गुरु राही ही सानू मिलती है। इसलिए गुरु की वडियाई है। जो गुरु के दसे राहां ते चलदा है वो
ਇਸ ਨਾਲ ਸਾਰੀਆਂ ਦਾਤਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਜੀਵਨ ਦੇ ਅੰਦਰ ਸਫਲਤਾ ਮਿਲੇ, ਤਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਔਰ ਗੁਰਬਾਣੀ ਦੇ ਵਿਚਾਰ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਇਹਨਾਂ ਗੁਣਾਂ ਨੂੰ, ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ